ਓਮ ਸ਼ਾਂਤੀ। ਅੱਜ ਪਿਆਰੇ ਬਾਬਾ ਦੇ 7/1/2021 ਦੇ ਮਹਾਵਚਨ ਬਾਬਾ ਨੇ ਆਪਣੇ ਬੱਚਿਆਂ ਨੂੰ ਕਿਹਾ, ਮਿੱਠੇ ਬੱਚੇ, ਜਦੋਂ ਇਹ ਭਾਰਤ ਸਵਰਗ ਸੀ ਉਦੋਂ ਤੁਸੀਂ ਘੋਰ ਸੋਜਰੇ ਵਿੱਚ ਸੀ। ਹੁਣ ਹਨੇਰਾ ਹੈ, ਫਿਰ ਸੋਜਰੇ ਵਿੱਚ ਚੱਲੋ। ਪ੍ਰਸ਼ਨ ਹੈ, ਬਾਪ ਆਪਣੇ ਬੱਚਿਆਂ ਨੂੰ ਕਿਹੜੀ ਇੱਕ ਕਹਾਣੀ ਸੁਣਾਉਣ ਲਈ ਆਏ ਹਨ? ਉੱਤਰ ਹੈ, ਬਾਬਾ ਕਹਿੰਦੇ, ਮਿੱਠੇ ਬੱਚੇ, ਮੈਂ ਤੁਹਾਨੂੰ 84 ਜਨਮਾਂ ਦੀ ਕਹਾਣੀ ਸੁਣਾਉਂਦਾ ਹਾਂ। ਤੁਸੀਂ ਜਦੋਂ ਪਹਿਲੇ ਜਨਮ ਵਿੱਚ ਸੀ ਤਾਂ ਇੱਕ ਹੀ ਦੇਵੀ ਧਰਮ ਸੀ। ਫਿਰ ਤੁਸੀਂ ਹੀ 2 ਯੁੱਗਾਂ ਬਾਅਦ ਬੜੇ ਮੰਦਿਰ ਬਣਾਏ ਹਨ, ਭਗਤੀ ਸ਼ੁਰੂ ਕੀਤੀ ਹੈ। ਹੁਣ ਤੁਹਾਡਾ ਇਹ ਅੰਤ ਦੇਵੀ ਅੰਤ ਦਾ ਜਨਮ ਹੈ। ਤੁਸੀਂ ਪੁਕਾਰਿਆ, ਦੁੱਖ ਹਰਤਾ ਸੁਖ ਕਰਤਾ ਆਓ, ਹੁਣ ਮੈਂ ਆਇਆ ਹਾਂ। गीत है, आज अंधेरे में है इंसान। ओम शांति। ਤੁਸੀਂ ਬੱਚੇ ਜਾਣਦੇ ਹੋ, ਹੁਣ ਇਹ ਕਲਯੁਗੀ ਦੁਨੀਆ ਹੈ, ਸਾਰੇ ਹਨੇਰੇ ਵਿੱਚ ਹਨ। ਪਹਿਲਾਂ ਸੋਜਰੇ ਵਿੱਚ ਸੀ, ਜਦੋਂ ਭਾਰਤ ਸਵਰਗ ਸੀ। ਇਹ ਭਾਰਤ ਵਾਸੀ ਜੋ ਆਪਣੇ ਨੂੰ ਹਿੰਦੂ ਕਹਾਉਂਦੇ ਹਨ, ਇਹ ਅਸਲ ਦੇਵੀ ਦੇਵਤੇ ਸੀ। ਭਾਰਤ ਵਿੱਚ ਸਵਰਗਵਾਸੀ ਸੀ, ਜਦੋਂ ਹੋਰ ਕੋਈ ਧਰਮ ਨਹੀਂ ਸੀ, ਇੱਕ ਹੀ ਧਰਮ ਸੀ। ਬਾਬਾ ਕਹਿੰਦੇ ਉਸ ਨੂੰ ਕੀ ਕਹਿੰਦੇ? ਸਵਰਗ, ਵੈਕੁੰਠ, ਬਹਿਸ਼ਤ, ਹੈਵਨ, ਇਹ ਸਾਰੇ ਇਸ ਭਾਰਤ ਦੇ ਹੀ ਨਾਮ ਸੀ। ਭਾਰਤ ਪਵਿੱਤਰ ਅਤੇ ਪ੍ਰਾਚੀਨ ਧਨਵਾਨ ਸੀ, ਇੱਕ ਹੀ ਧਰਮ ਸੀ। ਹੁਣ ਤਾਂ ਭਾਰਤ ਕੰਗਾਲ ਹੈ, ਕਿਉਂਕਿ ਹੁਣ ਕਲਯੁਗ ਹੈ। ਤੁਸੀਂ ਜਾਣਦੇ ਹੋ, ਅਸੀਂ ਘੋਰ ਹਨੇਰੇ ਵਿੱਚ ਸੀ। ਜਦੋਂ ਸਵਰਗ ਵਿੱਚ ਸੀ ਤਾਂ ਸੋਜਰੇ ਵਿੱਚ ਸੀ। ਸਵਰਗ ਦੇ ਰਾਜ ਰਾਜੇਸ਼ਵਰੀ ਸ੍ਰੀ ਲక్ష్ਮੀ ਨਾਰਾਇਣ ਸੀ। ਉਸ ਨੂੰ ਸੁਖ ਧਾਮ ਕਿਹਾ ਜਾਂਦਾ ਹੈ। ਬਾਪ ਹੀ ਤੁਹਾਨੂੰ ਸਵਰਗ ਦਾ ਵਰਸਾ ਦਿੰਦੇ ਹਨ, ਜਿਸ ਨੂੰ ਜੀਵਨ ਮੁਕਤੀ ਕਿਹਾ ਜਾਂਦਾ ਹੈ। ਹੁਣ ਤਾਂ ਸਾਰੇ ਜੀਵਨ ਬੰਧ ਵਿੱਚ ਹਨ, ਬੰਧ ਮਨਾ ਬੰਧਨ ਵਿੱਚ ਹਨ। ਖਾਸ ਭਾਰਤ ਅਤੇ ਆਮ ਦੁਨੀਆ ਰਾਵਣ ਦੀ ਜੇਲ੍ਹ ਸ਼ੋਕ ਵਾਟਿਕਾ ਵਿੱਚ ਹਨ। ਇਸ ਤਰ੍ਹਾਂ ਨਹੀਂ ਕਿ ਰਾਵਣ ਸਿਰਫ ਲੰਕਾ ਵਿੱਚ ਸੀ ਅਤੇ ਰਾਮ ਭਾਰਤ ਵਿੱਚ ਸੀ। ਉਸਨੇ ਆ ਕੇ ਸੀਤਾ ਚੁਰਾਈ। ਇਹ ਤਾਂ ਸਾਰੀਆਂ ਦੰਤ ਕਥਾਵਾਂ ਹਨ। ਗੀਤਾ ਹੈ ਮੁੱਖ ਸਰਵ ਸ਼ਾਸਤਰਮਈ ਸ਼ਿਰੋਮਣੀ ਸ਼੍ਰੀਮਤ ਅਰਥਾਤ ਭਗਵਾਨ ਦੀ ਸੁਣਾਈ ਹੋਈ ਹੈ। ਭਾਰਤ ਵਿੱਚ ਬਾਬਾ ਕਹਿੰਦੇ, ਮਨੁੱਖ ਤਾਂ ਕੋਈ ਦੀ ਸਦਗਤੀ ਨਹੀਂ ਕਰ ਸਕਦੇ ਨਾ। ਸਤਯੁਗ ਵਿੱਚ ਸੀ ਜੀਵਨ ਮੁਕਤ ਦੇਵੀ ਦੇਵਤੇ, ਜਿਨ੍ਹਾਂ ਨੇ ਇਹ ਵਰਸਾ ਕਲਯੁਗ ਦੇ ਅੰਤ ਵਿੱਚ ਪਾਇਆ ਸੀ। ਭਾਰਤ ਵਾਸੀਆਂ ਨੂੰ ਇਹ ਪਤਾ ਨਹੀਂ ਹੈ, ਨਾ ਕੋਈ ਸ਼ਾਸਤਰਾਂ ਵਿੱਚ ਹੀ ਹੈ। ਸ਼ਾਸਤਰਾਂ ਵਿੱਚ ਭਗਤੀ ਮਾਰਗ ਦਾ ਗਿਆਨ ਹੈ। ਸਦਗਤੀ ਮਾਰਗ ਦਾ ਗਿਆਨ ਮਨੁੱਖ ਮਾਤਰ ਵਿੱਚ ਬਿਲਕੁਲ ਵੀ ਹੈ ਨਹੀਂ। ਉਹ ਸਾਰੇ ਭਗਤੀ ਸਿਖਾਉਣ ਵਾਲੇ ਹਨ। ਕਹਿੰਦੇ ਹਨ, ਸ਼ਾਸਤਰ ਪੜ੍ਹੋ, ਦਾਨ ਪੁੰਨ ਕਰੋ। ਇਹ ਭਗਤੀ ਦੁਆਪਰ ਤੋਂ ਚੱਲੀ ਆਉਂਦੀ ਹੈ। ਸਤਯੁਗ ਅਤੇ ਤ੍ਰੇਤਾ ਵਿੱਚ ਗਿਆਨ ਦੀ ਪ੍ਰਾਰਬਧ ਹੈ। ਇਸ ਤਰ੍ਹਾਂ ਨਹੀਂ ਕਿ ਉੱਥੇ ਵੀ ਇਹ ਗਿਆਨ ਚੱਲਿਆ ਆਉਂਦਾ ਹੈ। ਇਹ ਤਾਂ ਜੋ ਵਰਸਾ ਭਾਰਤ ਨੂੰ ਸੀ, ਉਹ ਬਾਪ ਤੋਂ ਸੰਗਮ ਯੁੱਗ ਤੇ ਮਿਲਿਆ ਸੀ, ਜੋ ਫਿਰ ਤੁਹਾਨੂੰ ਹੁਣ ਮਿਲ ਰਿਹਾ ਹੈ। ਭਾਰਤ ਵਾਸੀ ਜਦੋਂ ਨਰਕ ਵਾਸੀ ਬੇਹੱਦ ਦੇ ਦੁਖੀ ਬਣ ਜਾਂਦੇ ਹਨ ਤਾਂ ਪੁਕਾਰਦੇ ਹਨ, ਹੇ ਪਤਿਤ ਪਾਵਨ ਆਓ, ਹੇ ਦੁੱਖ ਹਰਤਾ ਸੁਖ ਕਰਤਾ ਆਓ। ਕਿਸ ਦਾ? ਸਾਰਿਆਂ ਦਾ, ਕਿਉਂਕਿ ਭਾਰਤ ਖਾਸ, ਦੁਨੀਆ ਆਮ। ਸਾਰਿਆਂ ਵਿੱਚ 5 ਵਿਕਾਰ ਹਨ। ਬਾਪ ਹੈ ਪਤਿਤ ਪਾਵਨ। ਬਾਪ ਕਹਿੰਦੇ ਹਨ, ਮੈਂ ਕਲਪ
ਕਲਪ ਦੇ ਸੰਗਮ ਯੁਗ ਤੇ ਆਉਂਦਾ ਹਾਂ। ਸਾਰਿਆਂ ਦਾ ਸਦਗਤੀ ਦਾਤਾ ਬਣਦਾ ਹਾਂ। ਅਹਲਿਆਵਾਂ, ਗਣਕਾਵਾਂ ਅਤੇ ਜੋ ਗੁਰੂ ਲੋਕ ਹਨ, ਉਹਨਾਂ ਸਾਰਿਆਂ ਦਾ ਉਧਾਰ ਕਰਨ ਲਈ ਮੈਨੂੰ ਆਉਣਾ ਪੈਂਦਾ ਹੈ। ਸ਼ਿਵ ਬਾਬਾ ਕੀ ਕਹਿ ਰਹੇ ਕਿ ਇਹਨਾਂ ਸਾਰਿਆਂ ਦਾ ਉਧਾਰ ਕਰਨ ਲਈ ਮੈਨੂੰ ਆਉਣਾ ਪੈਂਦਾ ਹੈ, ਕਿਉਂਕਿ ਇਹ ਹੈ ਹੀ ਪਤਿਤ ਦੁਨੀਆ। ਪਾਵਨ ਦੁਨੀਆ ਸਵਰਗ ਨੂੰ ਕਿਹਾ ਜਾਂਦਾ ਹੈ। ਭਾਰਤ ਵਿੱਚ ਇਹਨਾਂ ਲక్ష్ਮੀ ਨਾਰਾਇਣ ਦਾ ਰਾਜ ਸੀ। ਭਾਰਤ ਵਾਸੀ ਇਹ ਨਹੀਂ ਜਾਣਦੇ ਕਿ ਸਵਰਗ ਦੇ ਮਾਲਿਕ ਸੀ। ਪਤਿਤ ਖੰਡ ਮਾਨਾ ਝੂਠ ਖੰਡ, ਪਾਵਨ ਖੰਡ ਮਾਨਾ ਸੱਚਖੰਡ। ਭਾਰਤ ਪਾਵਨ ਖੰਡ ਸੀ। ਇਹ ਭਾਰਤ ਹੈ ਅਵਿਨਾਸ਼ੀ ਖੰਡ, ਜੋ ਕਦੇ ਵੀ ਵਿਨਾਸ਼ ਨਹੀਂ ਹੁੰਦਾ। ਇਸ ਵਿੱਚ ਲక్ష్ਮੀ ਨਾਰਾਇਣ ਦਾ ਰਾਜ ਸੀ ਤਾਂ ਕੋਈ ਹੋਰ ਖੰਡ ਨਹੀਂ ਸੀ। ਬਾਬਾ ਤੁਹਾਨੂੰ ਬੱਚਿਆਂ ਨੂੰ ਸਮ੍ਰਿਤੀ ਦਿਵਾਉਂਦੇ ਹਨ। ਤੁਹਾਨੂੰ ਕਿੰਨਾ ਸਾਹੂਕਾਰ ਬਣਾਇਆ ਸੀ। ਤੁਸੀਂ ਸਰਵਗੁਣ ਸੰਪੰਨ, 16 ਕਲਾ ਸੰਪੂਰਨ ਸੀ। ਯਥਾ ਰਾਜਾ ਰਾਣੀ ਮਨਾ ਯਥਾ ਮਹਾਰਾਜਾ ਮਹਾਰਾਣੀ। ਉਹਨਾਂ ਨੂੰ ਭਗਵਾਨ ਭਗਵਤੀ ਵੀ ਕਹਿ ਸਕਦੇ ਹਾਂ, ਲక్ష్ਮੀ ਨਾਰਾਇਣ ਨੂੰ। ਬਾਬਾ ਕਹਿੰਦੇ ਪਰੰਤੂ ਬਾਪ ਨੇ ਸਮਝਾਇਆ ਹੈ ਭਗਵਾਨ ਇੱਕ ਹੈ, ਉਹ ਹੈ ਬਾਪ। ਸਿਰਫ ਈਸ਼ਵਰ ਵਾ ਪ੍ਰਭੂ ਕਹਿਣ ਨਾਲ ਯਾਦ ਨਹੀਂ ਆਉਂਦਾ ਕਿ ਉਹ ਸਾਰੀਆਂ ਆਤਮਾਵਾਂ ਦਾ ਪਿਤਾ ਹੈ, ਬਾਪ ਹੈ। ਬਾਪ ਕਹਾਣੀ ਬੈਠ ਕਰ ਸੁਣਾਉਂਦੇ ਹਨ। ਹੁਣ ਤੁਹਾਡੇ ਬਹੁਤ ਜਨਮਾਂ ਦੇ ਅੰਤ ਦਾ ਜਨਮ ਹੈ। ਇੱਕ ਦੀ ਗੱਲ ਨਹੀਂ, ਨਾ ਕੋਈ ਯੁੱਧ ਦਾ ਮੈਦਾਨ ਆਦਿ ਹੈ। ਭਾਰਤ ਵਾਸੀ ਇਹ ਭੁੱਲ ਗਏ ਹਨ ਕਿ ਉਹਨਾਂ ਦਾ ਰਾਜ ਸੀ। ਸਤਯੁਗ ਦੀ ਲੰਬੀ ਆਯੂ ਦੇਣ ਨਾਲ ਬਹੁਤ ਦੂਰ ਹੋ ਗਏ। ਬਾਪ ਆ ਕੇ ਸਮਝਾਉਂਦੇ ਹਨ, ਮਨੁੱਖ ਨੂੰ ਭਗਵਾਨ ਨਹੀਂ ਕਹਿ ਸਕਦੇ। ਮਨੁੱਖ ਕਿਸੇ ਦੀ ਸਦਗਤੀ ਨਹੀਂ ਕਰ ਸਕਦਾ। ਕਹਾਵਤ ਹੈ ਨਾ, ਸਾਰਿਆਂ ਦਾ ਸਦਗਤੀ ਦਾਤਾ, ਪਤਿਤਾਂ ਦਾ ਪਾਵਨ, ਦੁੱਖ ਹਰਤਾ ਸੁਖ ਕਰਤਾ ਇੱਕੋ ਹੀ ਹੈ। ਇੱਕ ਹੀ ਸੱਚਾ ਬਾਬਾ ਹੈ ਜੋ ਸੱਚਖੰਡ ਸਥਾਪਨ ਕਰਦੇ ਹਨ, ਪੂਜਾ ਵੀ ਕਰਦੇ ਹਨ। ਪਰੰਤੂ ਭਗਤੀ ਮਾਰਗ ਵਿੱਚ ਤੁਸੀਂ ਜਿਸ ਦੀ ਪੂਜਾ ਕਰਦੇ ਆਏ ਹੋ, ਇੱਕ ਦੀ ਵੀ ਬਾਇਓਗ੍ਰਾਫੀ ਨੂੰ ਨਹੀਂ ਜਾਣਦੇ। ਇਸ ਲਈ ਬਾਬਾ ਸਮਝਾਉਂਦੇ ਹਨ, ਤੁਸੀਂ ਸ਼ਿਵਰਾਤਰੀ ਮਨਾਉਂਦੇ ਹੋ ਨਾ। ਬਾਪ ਹੈ ਨਵੀਂ ਦੁਨੀਆ ਦਾ ਰਚయిਤਾ, ਹੈਵਨਲੀ ਗॉड ਫਾਦਰ, ਬੇਹੱਦ ਦਾ ਸੁਖ ਦੇਣ ਵਾਲਾ। ਸਤਯੁਗ ਵਿੱਚ ਬਹੁਤ ਸੁਖ ਸੀ। ਉਹ ਕਿਵੇਂ ਅਤੇ ਕਿਸਨੇ ਸਥਾਪਨ ਕੀਤਾ, ਇਹ ਬਾਪ ਹੀ ਬੈਠ ਕੇ ਸਮਝਾਉਂਦੇ ਹਨ। ਅੱਗੇ ਬਾਬਾ ਕਹਿ ਰਹੇ ਕਿ ਇਹ ਸੁਪਰੀਮ ਰੂਹ ਬੈਠ ਕੇ ਨੌਲੇਜ ਦੇ ਰਹੇ ਹਨ। ਬੱਚਿਆਂ ਨੂੰ ਦੇਹੀ ਅਭਿਮਾਨੀ ਬਣਨਾ ਪਵੇ, ਆਪਣੇ ਨੂੰ ਆਤਮਾ ਨਿਸ਼ਚੈ ਕਰ, ਮਾਮੇਕਮ ਯਾਦ ਕਰੋ। ਬਾਪ ਸਮਝਾਉਂਦੇ ਹਨ, ਆਤਮਾ ਵਿੱਚ ਹੀ ਅੱਛੇ ਵਾ ਬੁਰੇ ਸੰਸਕਾਰ ਹੁੰਦੇ ਹਨ, ਜਿਸ ਅਨੁਸਾਰ ਹੀ ਮਨੁੱਖ ਨੂੰ ਅੱਛਾ ਵਾ ਬੁਰਾ ਜਨਮ ਮਿਲਦਾ ਹੈ। ਬਾਪ ਬੈਠ ਸਮਝਾਉਂਦੇ ਹਨ, ਇਹ ਜੋ ਪਾਵਨ ਸੀ, ਅੰਤਿਮ ਜਨਮ ਵਿੱਚ ਪਤਿਤ ਹੈ ਤਤ ਤੁਮ। ਬ੍ਰਹਮਾ ਬਾਬਾ ਜੋ ਪਾਵਨ ਸੀ, ਅੰਤਿਮ ਜਨਮ ਵਿੱਚ ਪਤਿਤ ਹੈ ਤਤ ਤੁਮ। ਮਾਨਾ ਬ੍ਰਹਮਾ ਬਾਬਾ ਦੇ ਨਾਲ ਨਾਲ ਅਸੀਂ ਸਾਰੇ ਬੱਚੇ ਵੀ ਇਸ ਤਰ੍ਹਾਂ ਪਾਵਨ ਬਣ ਰਹੇ ਹਾਂ। ਮੈਨੂੰ ਇੱਕ ਬਾਪ ਨੂੰ ਇਸ ਪੁਰਾਣੀ ਬਾਬਾ ਕਹਿੰਦੇ ਮੈਨੂੰ ਬਾਪ ਨੂੰ ਇਸ ਪੁਰਾਣੀ ਰਾਵਣ ਦੀ ਦੁਨੀਆ, ਪਤਿਤ ਦੁਨੀਆ ਵਿੱਚ ਆਉਣਾ ਪੈਂਦਾ ਹੈ। ਆਉਣਾ ਵੀ ਉਸ ਤਨ ਵਿੱਚ ਹੈ ਜੋ ਫਿਰ ਪਹਿਲਾ ਨੰਬਰ ਵਿੱਚ ਜਾਣਾ ਹੈ, ਪਹਿਲਾ ਨੰਬਰ ਵਿੱਚ ਜਾਣਾ ਹੈ। ਬ੍ਰਹਮਾ ਬਾਬਾ ਸੂਰਿਆਵੰਸ਼ੀ ਹੀ ਪੂਰੇ 84 ਜਨਮ ਲੈਂਦੇ ਹਨ। ਇਹ ਹੈ ਬ੍ਰਹਮਾ ਅਤੇ ਬ੍ਰਹਮਾਵੰਸ਼ੀ ਬ੍ਰਾਹਮਣ। ਬਾਪ ਸਮਝਾਉਂਦੇ ਤਾਂ ਰੋਜ਼ ਹਨ ਨਾ। ਪੱਥਰ ਬੁੱਧੀ ਤੋਂ ਪਾਰਸ ਬੁੱਧੀ ਬਣਾਉਣਾ ਕੋਈ ਮਾਸੀ ਦਾ ਘਰ ਨਹੀਂ ਹੈ। ਹੇ ਆਤਮਾਵਾਂ, ਬਾਬਾ ਕਹਿੰਦੇ ਹੇ ਆਤਮਾਓ, ਤੁਸੀਂ ਦੇਹੀ ਅਭਿਮਾਨੀ ਬਣੋ। ਤੁਹਾਡਾ ਇਹ 84ਵਾਂ ਅੰਤਿਮ ਜਨਮ ਹੈ। ਤੁਸੀਂ ਸਾਰੇ ਵਾਨਪ੍ਰਸਥ ਵਿੱਚ ਹੋ। ਵਾਨਪ੍ਰਸਥ ਵਾਲੇ ਗੁਰੂ ਕਰਦੇ ਹਨ ਮੰਤਰ ਲੈਣ ਦੇ ਲਈ। ਤੁਸੀਂ ਕੋਈ ਵੀ ਦੇਹਧਾਰੀ ਤੁਹਾਨੂੰ ਗੁਰੂ ਕਰਨ ਦੀ ਜ਼ਰੂਰਤ ਨਹੀਂ। ਮੈਂ ਸਭ ਦਾ ਬਾਪ, ਟੀਚਰ, ਗੁਰੂ ਹਾਂ।
ਮੈਨੂੰ ਕਹਿੰਦੇ ਵੀ ਹਨ, ਹੇ ਪਤਿਤ ਪਾਵਨ ਸ਼ਿਵ ਬਾਬਾ। ਹੁਣ ਸਮ੍ਰਿਤੀ ਆਈ ਹੈ, ਸਭ ਆਤਮਾਵਾਂ ਦਾ ਉਹ ਬਾਪ ਹੈ। ਆਤਮਾ ਸਤ ਹੈ, ਚਿੱਤ ਹੈ, ਚਿੱਤ ਮਾਨਾ ਚੇਤਨ ਹੈ, ਕਿਉਂਕਿ ਅਮਰ ਹੈ। ਸਾਰੀਆਂ ਆਤਮਾਵਾਂ ਵਿੱਚ ਪਾਰਟ ਭਰਿਆ ਹੋਇਆ ਹੈ। ਬਾਬਾ ਸਮਝਾਉਂਦੇ ਹਨ, ਬੱਚੇ ਇਸ ਵਿੱਚ ਕੋਈ ਤਕਲੀਫ ਨਹੀਂ ਹੈ। ਭਗਤੀ ਮਾਰਗ ਵਿੱਚ ਤਾਂ ਕਿੰਨੀਆਂ ਤਕਲੀਫਾਂ ਹਨ। ਰਾਮ ਰਾਮ ਜਪਦੇ ਰੋਮਾਂਚ ਖੜੇ ਹੋ ਜਾਂਦੇ ਹਨ। ਉਹ ਸਭ ਹੈ ਭਗਤੀ ਮਾਰਗ। ਇਹ ਗਿਆਨ, ਬਾਬਾ ਕਹਿੰਦੇ, ਇਹ ਸੂਰਜ ਚਾਂਦ ਵੀ ਤੁਸੀਂ ਜਾਣਦੇ ਹੋ ਕਿ ਰੋਸ਼ਨੀ ਦੇਣ ਵਾਲੇ ਹਨ। ਇਹ ਕੋਈ ਦੇਵਤੇ ਥੋੜੇ ਹਨ। ਅਸਲ ਵਿੱਚ ਗਿਆਨ ਸੂਰਜ, ਗਿਆਨ ਚੰਦਰਮਾ ਅਤੇ ਗਿਆਨ ਸਿਤਾਰੇ ਹਨ। ਉਹਨਾਂ ਦੀ ਮਹਿਮਾ ਹੈ। ਉਹ ਤਾਂ ਫਿਰ ਕਹਿ ਦਿੰਦੇ ਸੂਰਜ ਦੇਵਤਾਏ ਨਮः ਹੈ, ਉਹਨਾਂ ਨੂੰ ਦੇਵਤਾ ਸਮਝ ਪਾਣੀ ਦਿੰਦੇ ਹਨ। ਤਾਂ ਬਾਪ ਸਮਝਾਉਂਦੇ ਹਨ, ਉਹ ਸਭ ਭਗਤੀ ਮਾਰਗ ਹੈ ਜੋ ਫਿਰ ਤੋਂ ਹੋਵੇਗਾ। ਪਹਿਲਾਂ ਹੁੰਦੀ ਹੈ ਅਵਿਭਚਾਰੀ ਭਗਤੀ, ਇੱਕ ਸ਼ਿਵ ਬਾਬਾ ਦੀ, ਫਿਰ ਦੇਵਤਿਆਂ ਦੀ, ਫਿਰ ਉਤਰਦੇ ਟਿਵਾਟੇ ਮਾਨਾ ਜਿੱਥੇ 3 ਰਸਤੇ ਮਿਲਦੇ ਹਨ, ਉੱਥੇ ਵੀ ਮਿੱਟੀ ਦਾ ਦੀਵਾ ਜਗਾ ਕੇ ਤੇਲ ਆਦਿ ਪਾ ਕੇ ਉਸ ਦੀ ਵੀ ਪੂਜਾ ਕਰਦੇ ਹਨ। ਤੱਤਵਾਂ ਦੀ ਵੀ ਪੂਜਾ ਕਰਦੇ ਹਨ। ਮਨੁੱਖਾਂ ਦੇ ਵੀ ਚਿੱਤਰ ਬਣਾ ਕੇ ਉਹਨਾਂ ਨੂੰ ਵੀ ਪੂਜਦੇ ਹਨ। ਤਾਂ ਇਸ ਨਾਲ ਪ੍ਰਾਪਤੀ ਤਾਂ ਕੁਝ ਵੀ ਨਹੀਂ ਹੁੰਦੀ ਨਾ। ਇਹਨਾਂ ਗੱਲਾਂ ਨੂੰ ਤੁਸੀਂ ਬੱਚੇ ਹੀ ਸਮਝਦੇ ਹੋ। ਅੱਛਾ, ਫਿਰ ਬਾਬਾ ਨੇ ਯਾਦ ਪਿਆਰ ਦਿੱਤਾ। ਮਿੱਠੇ ਮਿੱਠੇ ਸਿੱਕੀ ਲਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਧਾਰਨਾ ਲਈ ਮੁੱਖ ਸਾਰ ਹੈ। ਪਹਿਲਾ ਹੈ, ਆਤਮਾ ਵਿੱਚ ਬੁਰੇ ਸੰਸਕਾਰਾਂ ਨੂੰ ਕੱਢਣ ਦੇ ਲਈ ਦੇਹੀ ਅਭਿਮਾਨੀ ਬਣਨ ਦਾ ਅਭਿਆਸ ਕਰਨਾ ਹੈ। ਇਹ ਅੰਤਿਮ 84ਵਾਂ ਜਨਮ ਹੈ, ਵਾਨਪ੍ਰਸਥ ਅਵਸਥਾ ਹੈ। ਇਸ ਲਈ ਪੁੰਨਯ ਆਤਮਾ ਬਣਨ ਦੀ ਮਿਹਨਤ ਕਰਨੀ ਹੈ। ਦੂਸਰਾ, ਦੇਹ ਦੇ ਸਾਰੇ ਸੰਬੰਧਾਂ ਨੂੰ ਛੱਡ ਇੱਕ ਬਾਪ ਨੂੰ ਅਤੇ ਰਾਜਾਈ ਨੂੰ ਯਾਦ ਕਰਨਾ ਹੈ। ਬੀਜ ਅਤੇ ਝਾੜ ਦਾ ਗਿਆਨ ਸਿਮਰਨ ਕਰ ਸਦਾ ਹਰਸ਼ਿਤ ਰਹਿਣਾ ਹੈ। ਵਰਦਾਨ ਹੈ, ਵਿਸ਼ਵ ਪਰਿਵਰਤਨ ਦੇ ਸ੍ਰੇਸ਼ਟ ਕੰਮ ਦੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਡਬਲ ਲਾਈਟ ਰਹਿਣ ਵਾਲੇ ਆਧਾਰ ਮੂਰਤ ਭਵ। ਜੋ ਆਧਾਰ ਮੂਰਤ ਹੁੰਦੇ ਹਨ, ਉਹਨਾਂ ਉੱਪਰ ਹੀ ਸਾਰੀ ਜ਼ਿੰਮੇਵਾਰੀ ਰਹਿੰਦੀ ਹੈ। ਹੁਣ ਤੁਸੀਂ ਜਿਸ ਰੂਪ ਨਾਲ ਜਿੱਥੇ ਵੀ ਕਦਮ ਉਠਾਓਗੇ, ਉੱਥੇ ਅਨੇਕ ਆਤਮਾਵਾਂ ਤੁਹਾਨੂੰ ਫੋਲੋ ਕਰਨਗੀਆਂ। ਤੁਹਾਨੂੰ ਫੋਲੋ ਕਰਨਗੀਆਂ। ਇਹ ਜ਼ਿੰਮੇਵਾਰੀ ਹੈ। ਪਰੰਤੂ ਇਹ ਜ਼ਿੰਮੇਵਾਰੀ ਅਵਸਥਾ ਨੂੰ ਬਣਾਉਣ ਵਿੱਚ ਬਹੁਤ ਮਦਦ ਕਰਦੀ ਹੈ, ਕਿਉਂਕਿ ਇਸ ਨਾਲ ਅਨੇਕ ਆਤਮਾਵਾਂ ਦੀ ਆਸ਼ੀਰਵਾਦ ਮਿਲਦੀ ਹੈ, ਜਿਸ ਕਾਰਨ ਜ਼ਿੰਮੇਵਾਰੀ ਹਲਕੀ ਹੋ ਜਾਂਦੀ ਹੈ। ਇਹ ਜ਼ਿੰਮੇਵਾਰੀ ਥਕਾਵਟ ਮਿਟਾਉਣ ਵਾਲੀ ਹੈ। ਸਲੋਗਨ ਹੈ, ਦਿਲ ਅਤੇ ਦਿਮਾਗ। ਦਿਲ ਅਤੇ ਦਿਮਾਗ ਦੋਨਾਂ ਦਾ ਬੈਲੈਂਸ ਰੱਖ ਸੇਵਾ ਕਰਨ ਨਾਲ ਸਫਲਤਾ ਮਿਲਦੀ ਹੈ। ਅੱਛਾ, ਓਮ ਸ਼ਾਂਤੀ।